ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਸ਼ਹਿਰੀ ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਫਰੀडम ਕਨਵੋਏ ਦੇ ਵਿੱਚ ਔਰਵਾ ਪੁਲਿਸ ਨੇ ਕੀਤੀ ਤੀਜੀ ਗ੍ਰਿਫਤਾਰੀ। ਮਾਮਲੇ ਦੇ ਤਾਰ ਸਿਆਸਤ ਨਾਲ ਜੁੜੇ ਹੋਣ ਦੀ ਜਾਣਕਾਰੀ। BCREA ਦੇ ਮੁਤਾਬਕ MLS ਰਿਹਾਇਸ਼ੀ ਵਿਕਰੀ ਘਟਣ ਦੀ ਸੰਭਾਵਨਾ। ਘੱਟ ਸਪਲਾਈ ਮੈਟਰੋ ਵੈਨਕੂਵਰ ਦੇ ਘਰਾਂ ਦੀ ਵਿਕਰੀ ਤੇ ਪਾ ਸਕਦੀ ਹੈ ਅਸਰ। कोविड दौरान घरों ਦੀਆਂ ਕੀਮਤਾਂ ਵਧੀਆਂ। ਰੀਅਲ एस्टेट मनी लॉन्ड्रिंग ऑडिट 64% घटी। खबरां विस्तार दे नाल और अहम खबर दसदे कि ट्रकर्स रैली दे विच फिलहाल तीजी गिरफ्तारी होने की जानकारी सामने आई है। अजिहे दे विच ऑटवा दे विच माहौल काफ़ी गरमाया होया है ते इस वेले इस पूरे जिहड़ी रैली नूं इस तरीके नाल देखिया जा रहा है कि इस दे विच सिर्फ वैक्सीनेशन या क्वारंटाइन की मंग वाले नहीं है बल्कि होर लोग भी शामिल हो चुके हैं, जिस तो मामले नूं किते ना किते जिहड़ा उस सियासत नाल प्रेरित भी देखा जा रहा है, जिस दी इन्वेस्टिगेशन भी की जा रही ते कोशिश की जा रही है कि जांच निकल के सामने आ सके कि आखिरकार इस रैली का मकसद की है ते इस रैली दे नाल सियासी तार किस दे जुड़े हुए हैं। आओ देखते हैं इस ते एक रिपोर्ट। औरवा पुलिस ने चल रहे ट्रकों के विरोध के संबंध में तीजी गिरफ्तारी की है, जिस बारे जिहड़ी है कुछ सिटी कौंसलर हुणे कह रहे हैं कि यह प्रदर्शन हुण उबाले मारन वाली स्थिति ते पहुंच गया है, जिस दे लई फेडरल सरकार ते RCMP के दखल की लोड़ हो सकती है। पुलिस ने बुधवार सवेरे कहा है कि उन्होंने क्यूबेक तो एक 48 साल व्यक्ति को गिरफ्तार किया है, जिस ते धमकियां देण ते ना किए गए अपराध लई सलाह देण दे दोष लगे ने। विरोध प्रदर्शन दे विच हिस्सा लैण वाले 2 ऑटवा पुरुषां नूं भी मंगलवार शाम नूं गिरफ्तार किया गया सी। एक ते शरारत करन ते दूजे ते एतवार नूं एक जनतक मीटिंग दे विच हथियार लैके जाण दा दोष लगाया गया है। हुण इह प्रदर्शन कोई होर रूप लैंदा नज़र आ रहा है ਤਾਂ सवाल यह है कि इस विच पंजाबी ड्राइवर ज़्यादा ने। पर हाँ कुछ एक इंडिविजुअल्स ਜਿਹੜੇ ਆ ਉਹ ਵੀ ਇੱਕ ਐਜ਼ ਏ ਸਿਰਫ ਇਸ ਗੱਲ ਨੂੰ ਜ਼ਰੂਰ ਗਿਆ ਵੀ ਸਾਨੂੰ ਐਜ਼ ਏ ਟਰੱਕਰ ਜਾਣਾ ਚਾਹੀਦਾ, ਪਰ ਜਦੋਂ ਉਹਨਾਂ ਨੂੰ ਵੀ ਅਸਲੀਅਤ ਦਾ ਪਤਾ ਲੱਗਦਾ ਆ, ਕੋਈ ਵੀ ਮੇਰੇ ਹਿਸਾਬ ਦੇ ਨਾਲ ਅੱਜ ਦੀ ਡੇਟ ਦੇ ਵਿੱਚ ਕੋਈ ਪੰਜਾਬੀ ਨਹੀਂ ਹੈਗਾ। ਪਰ ਹਾਂ ਉਹ ਫੇਰ ਹੋਣਾ ਸੀਗਾ ਜੇ ਟਰੱਕਰਸ ਦੇ ਸਾਰੇ ਕੰਸੋਲੀਡੇਟਡ ਇਸ਼ੂਜ਼ ਹੁੰਦੇ, ਫਿਰ ਅਸੀਂ ਵੀ ਵਿੱਚ ਇਨਵੋਲਵ ਹੁੰਦੇ। ਅਸੀਂ ਫਕਰ ਕਰਦੇ ਵੀ ਅਸੀਂ ਆਪਣੀ ਕਮਿਊਨਿਟੀ ਲਈ ਕੁਛ ਕਰੀਏ ਜਾਂ ਜਿਹੜੀਆਂ ਸਾਡੀਆਂ ਦੁਸ਼ਵਾਰੀਆਂ ਰੋਜ਼ ਅਸੀਂ ਤੰਗੀਆਂ ਤਰੁੱਟੀਆਂ ਉਹਨਾਂ ਨੂੰ ਖਤਮ ਕਰੀਏ, ਪਰ ਉਹਨਾਂ ਦੇ ਵਿੱਚੋਂ ਕੋਈ ਇੱਕ ਵੀ ਇਸ਼ੂ ਨਹੀਂ ਸੀਗਾ। ਈਵਨ ਤੁਸੀਂ ਇਹ ਦੇਖੋ ਵੀ ਸਾਨੂੰ 8 ਸਾਲ ਹੋ ਗਿਆ ਐਸੋਸੀਏਸ਼ਨ ਨੂੰ ਮੈਨੇਜ ਕਰਦਿਆਂ ਨੂੰ। ਸਾਡੀ ਇਕੱਲੀ ਐਸੋਸੀਏਸ਼ਨ ਆ ਜਿਹਦੇ ਕੋਲ ਲੈਜਿਸਲੇਟਡ ਰੇਟਸ ਆ ਪ੍ਰੋਵਿੰਸ ਦੇ ਕੋਲੋਂ, ਪਰ ਸਾਡੇ ਨਾਲ ਵੀ ਉਹਨਾਂ ਨੇ ਕੋਈ ਸਲਾਹ ਮਸ਼ਵਰਾ ਇਸ ਗੱਲ ਕਰਕੇ ਨਹੀਂ ਕੀਤਾ ਕਿ ਉਹਨਾਂ ਨੂੰ ਪਤਾ ਆ ਸਾਡੀ ਸੋਚ ਪਹਿਲੋਂ ਵਰਕਿੰਗ ਕੰਡੀਸ਼ਨਸ ਬਾਰੇ ਪਹਿਲੋਂ ਆ, ਜਿਹੜਾ ਵੈਕਸੀਨੇਸ਼ਨ ਆ ਉਹ ਇੱਕ ਬਾਅਦ ਦੀ ਗੱਲ ਹੈ। ਉਹਨਾਂ ਨੇ ਇਸੇ ਕਰਕੇ ਨਹੀਂ ਕੀਤਾ। ਸੋ ਜੇ ਇਹਨੂੰ ਓਵਰਆਲ ਨਟਸ਼ੈਲ ਦੇਖੀਏ ਇੱਕ ਬਿਲਕੁਲ ਪੋਲੀਟੀਕਲ ਮੂਵ ਸੀਗੀ। ਸੋ ਉਹ ਵੱਧ ਤੋਂ ਵੱਧ 1 ਹਫ਼ਤਾ ਚੱਲੂ, ਉਸ ਤੋਂ ਵੱਧ ਨਹੀਂ ਹੋਣਾ। फ्रीडम ट्रकर्स कॉन्वॉय का प्रदर्शन 6वें दिन दे विच तब्दील होने जा रहा है, जिसका विरोध हुण सिर्फ वैक्सीन लाजमी करना या क्वारंटीन नहीं बल्कि सियासी रंग भी इस विच नज़र आ रहे हैं, जिस ते ट्रकर्स एसोसीएशन वालों गगन सिंह ने भी जानकारी दिंदे इस गल नूं पुख्ता किया है कि इस प्रदर्शन दे विच किते ना किते सियासी स्मैल आ रही है। किते ना किते इहदे पिछे राजनीति चलदी सीगी। सो हुण पहिलों भी असीं प्रोडिक्ट करदे सी, सानूं बड़ियां कॉल्स आईयां भी तुसीं सपोर्ट करो, पर ਉਹਦੀ ਜਿਹੜੀ ਸਮੈਲ ਉਹ ਪਹਿਲੇ ਦਿਨ ਤੋਂ ਹੀ ਆ ਰਹੀ ਸੀ, ਕਿਉਂਕਿ ਕੱਲਾ ਵੈਕਸੀਨੇਸ਼ਨ ਤਾਂ ਇੱਕ ਬਹੁਤ ਮਾਈਨਰ ਜਿਹਾ ਇਸ਼ੂ ਆ, ਪਰ ਜਿਹੜੀਆਂ ਟਰੱਕਰਸ ਦੀਆਂ ਹੋਰ ਬੜੀਆਂ ਵੱਡੀਆਂ ਦੁਸ਼ਵਾਰੀਆਂ ਉਹਦੇ ਬਾਰੇ ਇੱਕ ਵੀ ਯਾਨੀ ਇੱਕ ਸਿੰਗਲ ਇਸ਼ੂ ਵੀ ਜਿਹੜਾ ਨਹੀਂ ਸੀਗਾ। ਸੋ ਉਹਦੇ ਤੋਂ ਲੱਗਦਾ ਹੀ ਸੀਗਾ ਵੀ ਇਹ ਟੋਟਲੀ ਇੱਕ ਪੋਲੀਟੀਕਲ ਸਟੰਟ ਹੈ। ਹੁਣ ਇਹਦਾ ਫਿਊਚਰ ਕੀ ਦੇਖਦੇ ਆ? ਕੀ ਟਰੱਕਰਸ ਫਿਰ ਜਿਹੜੇ ਹੈਗੇ ਉਹਨਾਂ ਨੂੰ ਬਾਹਰ ਨਹੀਂ ਆ ਜਾਣਾ ਚਾਹੀਦਾ? ਐਸੋਸੀਏਸ਼ਨਸ ਨਾਲ ਨਹੀਂ ਹੈ ਜਿਹੜੇ 10% ਜਿਨ੍ਹਾਂ ਨੇ ਨਹੀਂ ਲਵਾਈ ਵੈਕਸੀਨ? ਦੇਖੋ ਮੋਰ ਓਵਰ ਜਿੰਨੀਆਂ ਕੁ ਰੈਪਿਊਟਡ ਐਸੋਸੀਏਸ਼ਨਸ ਆ, ਚਾਹੇ ਉਹ ਟੋਰਾਂਟੋ ਦੀਆਂ ਚਾਹੇ BC ਦੀਆਂ ਜਾਂ ਆਪਣੀ ਪੰਜਾਬੀ ਭਾਈਚਾਰੇ ਨਾਲ, ਕੋਈ ਵੀ ਐਸੋਸੀਏਸ਼ਨ ਉਹਨਾਂ ਦੇ ਨਾਲ ਨਹੀਂ। ਇਹ ਤਾਂ ਇੱਕ ਇੰਡੀਵਿਜੂਅਲ ਗਰੁੱਪ ਇਕੱਠਾ ਹੋਇਆ, ਪਰ ਉਹਦੀ ਤਹਿ 'ਤੇ ਜਾਣ ਦੇ ਲਈ ਸਾਨੂੰ ਦੇਖਣਾ ਪਊਗਾ ਵੀ ਓਰੀਜਨ ਕਿੱਥੋਂ ਹੋਈ ਆ, ਕਿਹੜੇ ਬੰਦੇ ਇਹਨੂੰ ਪਲਾਨ ਕਰਦੇ ਆ। ਸੋ ਉਹ ਸਾਰਾ ਟੋਟਲੀ ਐਂਡ ਆਫ ਦਾ ਡੇ ਟਰੱਕਿੰਗ ਨਾਲ ਰਿਲੇਟਡ ਕੋਈ ਬਹੁਤਾ ਜ਼ਿਆਦਾ ਇਸ਼ੂ ਨਹੀਂ। ਅਲਬਰਟਾ ਦੇ ਕੋਚ ਦੇ ਵਿੱਚ ਅਮਰੀਕਾ ਦੇ ਬਾਰਡਰ ਦੇ ਕੋਲ ਇਕੱਠੇ ਹੋਣ ਤੇ ਕੁਝ ਲੋਕ ਦੇਖਣ ਨੂੰ ਮਿਲ ਰਹੇ ਨੇ। ਉਦੋਂ ਅਮਰੀਕਾ ਦੇ ਵਿੱਚ ਵੀ ਵੈਕਸੀਨ ਲਾਜ਼ਮੀ ਕਰਨ ਤੇ ਟਰੱਕਰਸ ਦੀ ਸੋਚ ਕੀ ਹੈ ਤੇ ਕੀ ਅਮਰੀਕਾ ਦੇ ਵਿੱਚ ਵੀ ਫਰੀडम ਕਨਵੋਏ ਚੱਲ ਰਿਹਾ ਹੈ, ਇਸ ਤੇ ਵੀ ਜਾਣਕਾਰੀ ਗਗਨ ਸਿੰਘ ਨੇ ਕੁਝ ਇਸ ਤਰ੍ਹਾਂ ਦਿੱਤੀ। ਸਟਾੜਾ ਜਿਹੜਾ ਗਰੁੱਪ ਸੀਗਾ ਉਹ ਜਦੋਂ ਵੀ ਕਿਤੇ ਵੀ ਇੱਦਾਂ ਦੀ ਮੂਵਮੈਂਟ ਚੱਲਦੀ ਆ, ਉਹ ਇੱਕ ਲੈਵਲ 'ਤੇ ਬਹੁਤ ਛੇਤੀ ਉਹ ਬਾਹਰ ਭਾਂਬੜ ਨਿਕਲਦਾ, ਪਰ ਉਹ ਲੰਬਾ ਸਮਾਂ ਨਹੀਂ ਹੁੰਦੀ। ਜਿਵੇਂ ਹੁਣ ਜੇ ਆਟਵਾ ਦਾ ਅੱਜ ਦਾ ਹਾਲ ਦੇਖੀਏ, ਕਾਫੀ ਜਿਹੜੇ ਟਰੱਕਰਸ ਆ
ਜਿੱਦਾਂ ਜਿੱਦਾਂ ਉਹਨਾਂ ਨੂੰ ਪਤਾ ਲੱਗੀ ਜਾਂਦਾ ਉਹ ਬੈਕ ਆਈ ਜਾ ਰਿਹਾ। ਸੋ ਯੂਐਸ ਦੇ ਵਿੱਚ ਦੁਬਾਰਾ ਕੋਈ ਇਹੋ ਜਿਹਾ ਕੋਈ ਸਟਾਰਟਅਪ ਕਰਨਾ ਇਟਸ ਵੈਰੀ ਹਾਰਡ। ਪੁਰਾਣੇ ਰਾਸ਼ਟਰਪਤੀ ਟਰੰਪ ਸਪੋਰਟ ਕਰ ਰਹੇ ਆ, ਐਲਨ ਮਸਕ ਕਹਿੰਦੇ ਕਿਤੇ ਫਿਲਹਾਲ ਮੰਗਲਵਾਰ ਨੂੰ ਪੁਲਿਸ ਵੱਲੋਂ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਆਖਿਆ ਗਿਆ ਸੀ ਕਿ ਜੇਕਰ ਇਹ ਨਹੀਂ ਹਟਦੇ ਤਾਂ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਖਬਰਾਂ ਮੁਤਾਬਕ ਕੁਝ ਪ੍ਰਦਰਸ਼ਨਕਾਰੀ ਮੌਕੇ ਤੋਂ ਹਟ ਗਏ ਨੇ। ਹਾਲਾਂਕਿ ਹੁਣ ਵੀ ਸਾਊਥ ਬਾਉਂਡ ਲੇਨਸ ਦੇ ਵਿੱਚ ਕਰੀਬ 40 ਵਾਹਨਾਂ ਦੇ ਵੱਲੋਂ ਰਸਤਾ ਰੋਕਣ ਤੇ ਨਾਰਥ ਬਾਉਂਡ ਲੇਨਸ ਦੇ ਵਿੱਚ ਕਰੀਬ 60 ਵਾਹਨਾਂ ਵੱਲੋਂ ਰਸਤਾ ਰੋਕਣ ਦੀ ਜਾਣਕਾਰੀ ਸਾਹਮਣੇ ਆਈ ਹੈ। ਫਿਲਹਾਲ ਇਹ ਮਾਮਲਾ ਅੱਗੇ ਕੀ ਰੁਖ ਲੈਂਦਾ ਹੈ, ਇਸ ਦਾ ਇੰਤਜ਼ਾਰ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ ਟਰੱਕਰਸ ਤੇ ਆਰਸੀਐਮਪੀ ਦੇ ਵਿਚਾਲੇ ਕਿਤੇ ਨਾ ਕਿਤੇ ਹਿੰਸਕ ਘਟਨਾਵਾਂ ਦੀ ਵੀ ਗੱਲ ਕਹੀ ਜਾ ਰਹੀ ਹੈ। ਜੇਸਨ ਕੈਨੀ ਨੇ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਜੇਸਨ ਕੈਨੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਕਰਮੀਆਂ ਵਿਰੁੱਧ ਹਿੰਸਾ ਕੀਤੀ ਹੈ। ਉਹਨਾਂ ਕਿਹਾ ਕਿਸੇ ਵੱਲੋਂ ਪੁਲਿਸ ਕਰੂਜ਼ਰ ਦੇ ਨਾਲ ਟੱਕਰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਾਂਤਮਈ ਢੰਗ ਨਾਲ ਕੀਤੇ ਜਾਂਦੇ ਪ੍ਰਦਰਸ਼ਨਾਂ ਦਾ ਉਹ ਸਹਿਯੋਗ ਕਰਦੇ ਨੇ, ਪਰ ਪੁਲਿਸ ਤੇ ਹਮਲਾ ਬਰਦਾਸ਼ਤ ਤੋਂ ਬਾਹਰ ਹੈ। ਯਾਦ ਰਹੇ ਕਿ ਕੁਝ ਬੋਰਡਰ ਕ੍ਰਾਸਿੰਗ ਤੇ ਸਟੈਂਡ ਆਫ ਸ਼ਨੀਵਾਰ ਨੂੰ ਸ਼ੁਰੂ ਹੋਇਆ ਸੀ। ਇਹ ਇਕੱਠ ਆਟਵਾ ਤੇ ਦੇਸ਼ ਭਰ ਦੇ ਵਿੱਚ ਟਰੱਕਰਸ ਦੇ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਸਹਿਯੋਗ ਦੇ ਵਿੱਚ ਕੀਤਾ ਜਾ ਰਿਹਾ ਹੈ। ਕੋਵਿਡ-19 ਵੈਕਸੀਨੇਸ਼ਨ ਨੂੰ ਲਾਜ਼ਮੀ ਕੀਤੇ ਜਾਣ ਦੇ ਖਿਲਾਫ ਵੀਕਐਂਡ ਉੱਤੇ ਟਰੱਕਰਸ ਦੇ ਵੱਲੋਂ ਸੰਭਾਵੀ ਤੌਰ ਦੇ ਉੱਤੇ ਕੀਤੇ ਜਾਣ ਵਾਲੇ ਮੁਜ਼ਾਹਰੇ ਤੋਂ ਪਹਿਲਾਂ ਹੀ ਟੋਰਾਂਟੋ ਵਿੱਚ ਕੁਈਨਜ਼ ਪਾਰਕ ਵਿਖੇ ਸਿਕਿਉਰਿਟੀ ਸੰਬੰਧੀ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ। ਕਨਵੋਏ ਫॉर ਫਰੀडम ਟੋਰਾਂਟੋ ਦੇ ਫਲਾਇਰ ਟਰੱਕਰਸ ਤੇ ਉਹਨਾਂ ਦੇ ਸਮਰਥਕਾਂ ਦੇ ਲਈ ਆਨਲਾਈਨ ਸਰਕੂਲੇਟ ਕੀਤੇ ਜਾ ਰਹੇ ਨੇ। ਇਹਨਾਂ ਦੇ ਵਿੱਚ ਟਰੱਕਰਸ ਤੇ ਉਹਨਾਂ ਦੇ ਸਮਰਥਕਾਂ ਨੂੰ ਸ਼ਨੀਵਾਰ ਨੂੰ ਦੱਖਣੀ ontario ਦੀਆਂ ਵੱਖ-ਵੱਖ ਲੋਕੇਸ਼ਨਸ ਦੇ ਉੱਤੇ ਇਕੱਠਾ ਹੋਣ ਦੀ ਅਪੀਲ ਕੀਤੀ ਗਈ ਹੈ ਤੇ ਫਿਰ ਰਲ ਕੇ ਦੁਪਹਿਰ ਤੱਕ ਕੁਈਨਜ਼ ਪਾਰਕ ਵੱਲ ਵਧਣ ਦਾ ਸੱਦਾ ਵੀ ਦਿੱਤਾ ਜਾ ਰਿਹਾ ਹੈ। ਰੀਅਲ ਏਸਟੇਟ ਦੇ ਸੰਬੰਧੀ ਜਿਹੜੀ ਖਬਰ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਵੀ ਨਜ਼ਰ ਆ ਰਹੀ ਹੈ, ਕਿਉਂਕਿ ਕਿਹਾ ਜਾ ਰਿਹਾ ਹੈ ਕਿ ਘਰਾਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਕਿਉਂਕਿ ਸਪਲਾਈ ਦੇ ਵਿੱਚ ਕਿਤੇ ਨਾ ਕਿਤੇ ਕਮੀ ਦੇਖੀ ਜਾ ਰਹੀ ਹੈ। ਆਓ ਦੇਖਦੇ ਹਾਂ ਇਸ ਤੇ ਇੱਕ ਰਿਪੋਰਟ। ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ ਦੇ ਵਿੱਚ ਰੀਅਲ ਏਸਟੇਟ ਨੇ ਪਿਛਲੇ ਕੁਝ ਸਾਲਾਂ ਵਿੱਚ ਰਿਕਾਰਡ ਤੋੜਨ ਵਾਲਿਆਂ ਦਾ ਆਪਣਾ ਹਿੱਸਾ ਦੇਖਿਆ ਹੈ, ਪਰ ਹੁਣ ਇੱਕ ਨਵੀਂ ਭਵਿੱਖਬਾਣੀ ਦੱਸਦੀ ਹੈ ਕਿ ਵਿਕਰੀ ਵਿੱਚ ਗਿਰਾਵਟ ਦੀ ਉਮੀਦ ਹੈ। BC ਰੀਅਲ ਏਸਟੇਟ ਐਸੋਸੀਏਸ਼ਨ ਦੇ ਅਨੁਸਾਰ MLS ਰਿਹਾਇਸ਼ੀ ਵਿਕਰੀ ਪਿਛਲੇ ਸਾਲ ਦੇ ਰਿਕਾਰਡ ਉੱਚ ਤੋਂ 17% ਘਟਣ ਦੀ ਭਵਿੱਖਬਾਣੀ ਕੀਤੀ ਗਈ ਹੈ। BC REA ਦੇ ਮੁੱਖ ਅਰਥਸ਼ਾਸਤਰੀ ਬ੍ਰੈਂਡਨ ਔਗਮੰਡਨਸ ਦਾ ਕਹਿਣਾ ਹੈ ਕਿ 2022 ਦੇ ਵਿੱਚ ਘਰਾਂ ਦੇ ਵਿਕਰੀ 2021 ਦੀ ਵਿਅਰਥ ਗਤੀ ਤੋਂ ਘੱਟ ਰਹਿਣ ਦੀ ਭਵਿੱਖਬਾਣੀ ਵਿੱਚ ਗਿਰਾਵਟ ਦੇ ਨਾਲ ਇੱਕ ਵਾਧੂ 12% ਤੱਕ ਗਿਰਾਵਟ ਦਰਜ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਘਰ ਦੀ ਵਿਕਰੀ ਦੇ ਵਿੱਚ ਸੰਭਾਵੀ ਗਿਰਾਵਟ ਦੇ ਬਾਵਜੂਦ ਵਿਕਰੀ ਗਤੀਵਿਧੀ ਇਤਿਹਾਸਕ ਮਾਪਦੰਡਾਂ ਦੁਆਰਾ ਉੱਚੀ ਰਹੇਗੀ। ਲੋਅਰ ਮੇਨਲੈਂਡ ਦੇ ਵਿੱਚ ਰੀਅਲ ਏਸਟੇਟ ਦੇ ਵਿੱਚ ਸਪਲਾਈ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਔਗਮੰਡਸਨ ਨੇ ਕਿਹਾ ਕਿ ਅਸੀਂ ਸੂਚੀਆਂ ਦੇ ਮਾਮਲੇ ਵਿੱਚ ਸਾਲ ਦੀ ਸ਼ੁਰੂਆਤ ਸਭ ਤੋਂ ਹੇਠਲੇ ਪੱਧਰ ਤੇ ਦਰਜ ਕੀਤੀ ਹੈ। ਇੱਥੇ ਖਰੀਦਣ ਦੇ ਲਈ ਬਹੁਤ ਸਾਰੇ ਉਤਪਾਦ ਨਹੀਂ ਹਨ। ਮੰਗ ਅਜੇ ਵੀ ਕਾਫੀ ਮਜ਼ਬੂਤ ਹੈ ਤੇ ਇਸ ਦਾ ਮਤਲਬ ਹੈ ਕਿ ਕੀਮਤਾਂ ਤੇ ਬਹੁਤ ਜ਼ਿਆਦਾ ਦਬਾਅ ਹੈ। ਅਸੀਂ ਰਿਕਾਰਡ ਪੱਧਰ ਤੇ ਨਹੀਂ ਹਾਂ। ਇਹ ਪਿਛਲੇ ਸਾਲ ਦੀ ਸ਼ੁਰੂਆਤ ਵਰਗਾ ਨਹੀਂ ਹੈ, ਪਰ ਵਿਕਰੀ ਅਜੇ ਵੀ ਕਾਫੀ ਮਜ਼ਬੂਤ ਹੈ। ਇਸ ਕਾਰਨ ਹੈ ਕਿ ਐਸੋਸੀਏਸ਼ਨ 2022 ਦੇ ਪਹਿਲੇ ਕੁਝ ਮਹੀਨਿਆਂ ਦੌਰਾਨ ਮਜ਼ਬੂਤ ਵਿਕਰੀ ਨੂੰ ਜਾਰੀ ਰੱਖਦੀ ਹੈ। ਗੰਭੀਰ ਤੌਰ ਤੇ ਸੀਮਿਤ ਸਪਲਾਈ ਵੀ ਸੰਭਾਵਤ ਤੌਰ ਤੇ ਸੂਬੇ ਭਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਤੇ ਦਬਾਅ ਵਧਾਉਂਦੀ ਹੈ। ਗ੍ਰੇਟਰ ਵੈਨਕੂਵਰ ਦੇ ਰੀਅਲ ਏਸਟੇਟ ਬੋਰਡ ਨੇ ਵੀ ਇਹ ਨੋਟ ਕੀਤਾ ਹੈ ਕਿ ਘੱਟ ਸਪਲਾਈ ਨੇ ਘਰਾਂ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕੀਤਾ ਹੈ। REBGV MLSR ਤੇ ਸਾਡੀ ਸੂਚੀ ਸਾਲ ਦੀ ਸ਼ੁਰੂਆਤ ਕਰਨ ਦੇ ਲਈ ਸਭ ਤੋਂ ਅਨੁਕੂਲ ਵਾਲੀ ਹੱਦ ਤੋਂ ਵੀ ਘੱਟ ਨਜ਼ਰ ਆਈ ਹੈ। ਨਤੀਜੇ ਵਜੋਂ ਉਮੀਦ ਰੱਖਣ ਵਾਲੇ ਘਰ ਖਰੀਦਣ ਦੇ ਕੋਲ ਅੱਜ ਮਾਰਕੀਟ ਦੇ ਵਿੱਚ ਬਹੁਤ ਹੀ ਸੀਮਿਤ ਵਿਕਲਪ ਹੈ। ਇਹ ਰੁਝਾਨ ਵਿਕਰੀ ਲਈ ਬਹੁਤ ਘੱਟ ਦਰਾਂ ਲਈ ਸਖਤ ਮੁਕਾਬਲੇ ਦਾ ਕਾਰਨ ਬਣ ਰਿਹਾ ਹੈ। ਸਟੀਵਰਟ ਨੇ ਅੱਗੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਘਰਾਂ ਦੀਆਂ ਕੀਮਤਾਂ ਨਵੀਆਂ ਉਚਾਈਆਂ ਤੇ ਪਹੁੰਚਣ ਦੇ ਨਾਲ ਸਰਕਾਰ ਦੇ ਲਈ ਮਕਾਨਾਂ ਦੀ ਸਪਲਾਈ ਦੀ ਸਿਰਜਣਾ ਵਿੱਚ ਤੇਜ਼ੀ ਲਿਆਉਣ ਤੇ ਅੱਜ ਘਰ ਖਰੀਦਣ ਲਈ ਸੰਘਰਸ਼ ਕਰ ਰਹੇ ਲੋਕਾਂ ਲਈ ਵਧੇਰੇ ਵਿਕਲਪ ਪ੍ਰਦਾਨ ਕਰਨ ਲਈ ਬਿਲਡਿੰਗ ਕਮਿਊਨਿਟੀ ਦੇ ਨਾਲ ਸਹਿਯੋਗ ਕਰਨ ਦੀ ਜ਼ਰੂਰਤ ਕਦੇ ਨਹੀਂ ਸੀ। REBGV ਦਾ ਕਹਿਣਾ ਹੈ ਕਿ ਮੈਟਰੋ ਵੈਨਕੂਵਰ ਖੇਤਰ ਵਿੱਚ ਸਾਰੀਆਂ ਰਿਹਾਇਸ਼ੀ ਜਾਇਦਾਦਾਂ ਲਈ ਕੰਪੋਜ਼ਿਟ ਬੈਂਚਮਾਰਕ ਕੀਮਤ ਜਨਵਰੀ 2022 ਦੇ ਵਿੱਚ ਪਿਛਲੇ ਸਾਲ ਦੇ ਸਮਾਨ ਸਮੇਂ ਨਾਲੋਂ 18.5% ਵਧੀ ਹੈ। ਦਸੰਬਰ 2021 ਦੇ ਮੁਕਾਬਲੇ ਇਹ 2% ਵਧੀ ਹੈ। BC REA ਫੋਰਕਾਸਟ ਅੰਦਾਜ਼ੇ ਮੁਤਾਬਕ 2023 ਦੇ ਵਿੱਚ ਬੈਂਕ ਆਫ ਕੈਨੇਡਾ ਦੁਆਰਾ ਆਉਣ ਵਾਲੇ ਅਨੁਮਾਨਿਤ ਵਿਆਜ ਦਰਾਂ ਦੇ ਵਿੱਚ ਵਾਧੇ ਸਮੇਤ 2023 ਦੇ ਵਿੱਚ ਵਿਕਰੀ ਤੇ ਰਫ਼ਤਾਰ ਆਮ ਹੋ ਜਾਏਗੀ। ਔਗਮੰਡਸਨ ਨੇ ਕਿਹਾ ਹੈ ਕਿ ਉੱਚ ਸਥਿਰ ਦਰਾਂ ਦਾ ਸੁਮੇਲ ਤੇ ਉੱਚ ਪਰਿਵਰਤਨਸ਼ੀਲ ਦਰਾਂ ਨੂੰ ਮਾਰਕੀਟ ਵਿੱਚ ਮੰਗ ਮੁਤਾਬਕ ਨਰਮ ਕਰ ਦੇਣਾ ਚਾਹੀਦਾ ਹੈ, ਪਰ ਸ਼ਾਇਦ ਇਸ ਸਾਲ ਦੇ ਦੂਜੇ ਅੱਧ ਤੱਕ ਨਹੀਂ ਬਲਕਿ 2023 ਤੱਕ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ ਰੀਅਲ ਏਸਟੇਟ ਦੇ ਵਿੱਚ ਜਿਹੜੀ ਮਨੀ ਲਾਂਡਰਿੰਗ ਹੈ ਉਹ ਕਿਤੇ ਨਾ ਕਿਤੇ 64% ਦੀ ਉਸ 'ਚ ਕਟੌਤੀ ਦਰਜ ਕੀਤੀ ਗਈ ਹੈ। ਮਨੀ ਲਾਂਡਰਿੰਗ ਨੂੰ ਲੈ ਕੇ ਇੱਕ ਰਿਪੋਰਟ ਨਸ਼ਰ ਕੀਤੀ ਗਈ ਹੈ ਜਿਸ ਨੂੰ ਲੈ ਕੇ ਘਰਾਂ ਦੀਆਂ ਕੀਮਤਾਂ ਦੇ ਵਿੱਚ ਮਨੀ ਲਾਂਡਰਿੰਗ ਦਾ ਕੀ ਰੋਲ ਹੈ ਤੇ ਕਿਵੇਂ ਮਨੀ ਲਾਂਡਰਿੰਗ ਵਾਲੇ ਜਿਹੜੇ ਨੇ ਆਪਣਾ ਕੰਮ ਕਰ ਰਹੇ ਨੇ ਉਸ ਸੰਬੰਧੀ ਜਿਹੜੀ ਹੈ ਸਾਰੀ ਜਾਣਕਾਰੀ ਵਿਸਥਾਰ ਦੇ ਨਾਲ ਦਿੱਤੀ ਗਈ ਹੈ। ਆਓ ਦੇਖਦੇ ਹਾਂ ਇਸ ਤੇ ਇੱਕ ਰਿਪੋਰਟ।
ਵਿੱਤੀ ਅਪਰਾਧ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਐਂਟੀ ਮਨੀ ਲਾਂਡਰਿੰਗ ਵਾਸ਼ਡੌਗ ਦੁਆਰਾ ਕਰਵਾਏ ਗਏ ਆਡਿਟ ਕੋਵਿਡ-19 ਮਹਾਮਾਰੀ ਦੌਰਾਨ ਘਟ ਗਏ। ਨਵੇਂ ਅੰਕੜੇ ਦੱਸਦੇ ਨੇ ਕਿ ਬੁਰੇ ਤਰੀਕੇ ਨਾਲ ਆਏ ਪੈਸੇ ਨੂੰ ਟਰੈਕ ਕਰਨ ਵਾਲੇ ਅਧਿਕਾਰੀਆਂ ਦੇ ਲਈ ਇਹ ਇੱਕ ਡੂੰਘਾ ਮੁਸ਼ਕਿਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਕੈਨੇਡਾ ਦੇ ਵਿੱਤੀ ਲੈਣ ਦੇਣ ਦੇ ਰਿਪੋਰਟਾਂ ਦੇ ਅੰਕੜਿਆਂ ਨੇ ਦਿਖਾਇਆ ਹੈ ਕਿ ਰੀਅਲ ਏਸਟੇਟ ਦੇ ਵਿੱਚ ਮਨੀ ਲਾਂਡਰਿੰਗ ਆਡਿਟ 2019-20 ਦੇ ਵਿੱਚ 146 ਤੋਂ ਘਟ ਕੇ 2020-21 ਵਿੱਚ ਸਿਰਫ 53 ਤੱਕ ਰਹਿ ਗਈ, 64% ਦੀ ਕਮੀ ਦੇ ਨਾਲ। ਇਹ 2018-19 ਦੇ ਵਿੱਚ ਰੀਅਲ ਏਸਟੇਟ ਇਕਾਈਆਂ ਦੇ ਲਗਭਗ 200 ਆਡਿਟਾਂ ਤੋਂ ਘੱਟ ਹੈ। ਜਾਣਕਾਰੀ ਦੀ ਬੇਨਤੀ ਤੱਕ ਪਹੁੰਚ ਰਾਹੀਂ ਪ੍ਰਾਪਤ ਕੀਤੇ ਗਏ ਨਵੇਂ ਨੰਬਰ ਕੈਨੇਡਾ ਦੇ ਹਾਊਸਿੰਗ ਮਾਰਕੀਟ ਦੇ ਵਿੱਚ ਪਿਛਲੇ 2 ਸਾਲਾਂ ਤੋਂ ਅੱਗ ਦੀ ਲਪੇਟ ਦੇ ਵਿੱਚ ਆ ਰਹੇ ਨੇ, ਜਿਸ ਵਿੱਚ ਬਹੁਤ ਹੀ ਘੱਟ ਵਿਆਜ ਦਰਾਂ ਤੇ ਪੂਰੇ ਦੇਸ਼ ਦੇ ਵਿੱਚ ਸਪਲਾਈ ਦੀ ਘਾਟ ਕਾਰਨ ਕੀਮਤਾਂ ਇਤਿਹਾਸਕ ਪੱਧਰ ਤੱਕ ਪਹੁੰਚਾਈਆਂ ਗਈਆਂ ਨੇ। ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਦੇ ਮੁਤਾਬਕ ਦਸੰਬਰ 2021 ਦੇ ਵਿੱਚ ਕੈਨੇਡਾ ਦੀ ਰਾਸ਼ਟਰੀ ਔਸਤ ਘਰਾਂ ਦੀ ਕੀਮਤ $713,500 ਸੀ, ਜੋ ਪਿਛਲੇ ਸਾਲ ਦੇ ਉਸੇ ਮਹੀਨੇ ਨਾਲੋਂ 17.7% ਵੱਧ ਸੀ, ਜਿਸ ਦੇ ਵਿੱਚ ਪਿਛਲੇ ਸਾਲ ਲਗਭਗ 6,67,000 ਰਿਹਾਇਸ਼ੀ ਸੰਪत्तियां ਜਾਂ $459 ਮਿਲੀਅਨ ਵਪਾਰਕ ਹੱਥ ਸਨ ਤੇ ਕੈਨੇਡੀਅਨ ਰੀਅਲ ਏਸਟੇਟ ਦੇ ਵਿੱਚ ਸੈਂਕੜੇ ਤੇ ਲੱਖਾਂ ਵਗਣ ਦੇ ਨਾਲ ਵਿੱਤੀ ਅਪਰਾਧ ਮਾਹਰਾਂ ਨੇ ਕਿਹਾ ਹੈ ਕਿ ਫੈਡਰਲ ਵਾਸ਼ਡੌਗ ਦੁਆਰਾ ਪ੍ਰੀਖਿਆ ਦੇ ਵਿੱਚ ਗਿਰਾਵਟ ਜਿਹੜੀ ਹੈ ਉਹ ਸਟਨਿੰਗ ਨਜ਼ਰ ਆਈ, ਕਿਉਂਕਿ ਹਾਊਸਿੰਗ ਬਾਜ਼ਾਰ ਦੇ ਵਿੱਚ ਵਹਿਣ ਵਾਲੇ ਗੈਰ ਕਾਨੂੰਨੀ ਪੈਸੇ ਦੇ ਨਾਲ ਨਜਿੱਠਣ ਦੇ ਲਈ ਕਾਨੂੰਨ ਲਾਗੂ ਕਰਨ ਵਾਲੇ ਮਹੱਤਵਪੂਰਨ ਖੁਫੀਆ ਜਾਣਕਾਰੀ ਗਵਾ ਸਕਦੇ ਨੇ। ਨਵੇਂ ਅੰਕੜਿਆਂ ਦੇ ਅਨੁਸਾਰ ਜਾਂਚਕਰਤਾਵਾਂ ਨੇ ਰੀਅਲ ਏਸਟੇਟ ਦੇ ਵਿੱਚ ਪਿਛਲੇ ਸਾਲ ਪੂਰੀਆਂ ਕੀਤੀਆਂ 53 ਜਾਂਚਾਂ ਵਿੱਚ ਐਂਟੀ ਮਨੀ ਲਾਂਡਰਿੰਗ ਤੇ ਐਂਟੀ ਟੈਰਰਿਸਟ ਫੰਡਿੰਗ ਟਾਸਕ ਦੇ ਨਾਲ ਲਗਭਗ 230 ਮੁੱਦੇ ਪਾਏ। ਅੰਕੜਿਆਂ ਦੇ ਮੁਤਾਬਕ ਕਮੀਆਂ ਦਾ ਉੱਚ ਪੱਧਰ ਇੱਕ ਰੁਝਾਨ ਹੈ ਜੋ 2016 ਤੋਂ ਲਗਾਤਾਰ ਆ ਰਿਹਾ ਹੈ। 2018-19 ਵਿੱਚ ਫਿਨਟੈਕ ਨੇ ਆਪਣੇ ਦੁਆਰਾ ਕਰਵਾਏ ਗਏ ਲਗਭਗ 200 ਆਡਿਟਾਂ ਦੇ ਵਿੱਚ 750 ਤੋਂ ਵੱਧ ਸਮੱਸਿਆਵਾਂ ਪਾਈਆਂ ਤੇ ਇਹ ਸਿਰਫ ਰੀਅਲ ਏਸਟੇਟ ਨਹੀਂ ਸੀ, ਸਾਰੇ ਵਿੱਤੀ ਖੇਤਰਾਂ ਦੇ ਵਿੱਚ ਪ੍ਰੀਖਿਆਵਾਂ ਜਿਵੇਂ ਕਿ ਬੈਂਕਾਂ, ਮਨੀ ਸਰਵਿਸ, ਕਾਰੋਬਾਰ ਤੇ ਸੁਰੱਖਿਆ ਡੀਲਰਾਂ ਦੇ ਵਿੱਚ 2019-20 ਦੇ ਵਿੱਚ ਲਗਭਗ 400 ਤੋਂ ਪਿਛਲੇ ਵਿੱਤੀ ਸਾਲ ਦੇ ਵਿੱਚ 151 ਤੱਕ ਮਹੱਤਵਪੂਰਨ ਤੌਰ ਤੇ ਗਿਰਾਵਟ ਦਰਜ ਕੀਤੀ ਗਈ। ਕੁੱਲ ਮਿਲਾ ਕੇ 62% ਦੀ ਗਿਰਾਵਟ ਵੀ ਦਰਜ ਹੋਈ ਹੈ। ਫਿਨਟੈਕ ਬੈਂਕਾਂ, ਰੀਅਲ ਏਸਟੇਟ ਬ੍ਰੋਕਰਸ ਤੇ ਵਿੱਤ ਖੇਤਰ ਦੇ ਵਿੱਚ ਹੋਰਾਂ ਦੇ ਨਾਲ ਕੰਮ ਕਰਦਾ ਹੈ ਤਾਂ ਜੋ ਇਹ ਪਛਾਣ ਕਰਨ ਦੇ ਵਿੱਚ ਮਦਦ ਕੀਤੀ ਜਾ ਸਕੇ ਕਿ ਅਪਰਾਧੀ ਕਦੋਂ ਨਾਜਾਇਜ਼ ਨਕਦੀ ਨੂੰ ਲਾਂਡਰਿੰਗ ਕਰ ਸਕਦੇ ਨੇ। ਇਸ ਦੇ ਅਧਿਕਾਰੀ ਇਹ ਦੇਖਦੇ ਨੇ ਕਿ ਕੀ ਉਹ ਸਾਰੇ ਲੈਣ ਦੇਣ ਦੀ ਸਹੀ ਢੰਗ ਨਾਲ ਰਿਪੋਰਟ ਕਰ ਰਹੇ ਨੇ, ਗਾਹਕਾਂ ਦੀ ਸਹੀ ਪਛਾਣ ਕਰ ਰਹੇ ਨੇ ਤੇ ਪਾਲਣਾ ਪ੍ਰੋਗਰਾਮ ਲਾਗੂ ਕਰ ਰਹੇ ਨੇ। ਰੀਅਲ ਏਸਟੇਟ ਆਡਿਟ ਦੇ ਨਾਲ ਹਵਾਲਾ ਦਿੱਤੇ ਗਏ ਮੁੱਦਿਆਂ ਦੇ ਵਿੱਚ ਗਾਹਕਾਂ ਦੀ ਪਛਾਣ ਕਰਨ ਦੇ ਵਿੱਚ ਅਸਫਲ ਰਹਿਣ ਜਾਂ 24 ਘੰਟਿਆਂ ਦੀ ਮਿਆਦ ਦੇ ਵਿੱਚ 10,000 ਤੋਂ ਵੱਧ ਨਗਦ ਜਾਂ ਇੱਕ ਤੋਂ ਵੱਧ ਇੱਕ ਨਗਦ ਲੈਣ ਦੇਣ ਦੀਆਂ ਰਿਪੋਰਟਾਂ ਦਾਇਰ ਕਰਨ ਦੇ ਵਿੱਚ ਅਸਫਲ ਹੋਣ ਦੀ ਦਰਜਨਾਂ ਉਦਾਹਰਨਾਂ ਸ਼ਾਮਿਲ ਨੇ। ਮੈਕਵਾਇਰ ਨੇ ਕਿਹਾ ਹੈ ਕਿ ਦੇਸ਼ ਭਰ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਚੌਕਸ ਹੋਣਾ ਚਾਹੀਦਾ ਹੈ, ਖਾਸ ਤੌਰ ਤੇ ਮਨੀ ਲਾਂਡਰਿੰਗ ਦੀ ਪਾਲਣਾ ਲਈ ਉਦਯੋਗ ਨੂੰ ਪਿਛਲੇ ਸਮੇਂ ਦੇ ਵਿੱਚ ਪ੍ਰਾਪਤ ਹੋਏ ਅਸਫਲ ਗ੍ਰੇਡਾਂ ਦੇ ਮੱਦੇਨਜ਼ਰ ਹੁਣ ਸਾਲਾਂ ਤੋਂ ਕਈ ਰਿਪੋਰਟਾਂ ਤੇ ਇੱਥੋਂ ਤੱਕ ਕਿ BC ਪ੍ਰੋਵਿੰਸ਼ੀਅਲ ਕਮਿਸ਼ਨ ਨੇ ਅਪਰਾਧੀਆਂ ਦੁਆਰਾ ਘਰਾਂ ਜਾਂ ਕੌਂਡੋਜ਼ ਦੁਆਰਾ ਅਪਰਾਧ ਦੀ ਕਮਾਈ ਨੂੰ ਲਾਂਡਰਿੰਗ ਕਰਨ ਦੀ ਸਮੱਸਿਆ ਨੂੰ ਉਜਾਗਰ ਕੀਤਾ ਹੈ। ਪ੍ਰਕਿਰਿਆ ਦੇ ਵਿੱਚ ਕੀਮਤਾਂ ਵਧਦੀਆਂ ਨੇ। ਫੈਡਰਲ ਏਜੰਸੀ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਕੈਨੇਡਾ ਦੀ 2020 ਦੀ ਇੱਕ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਦੇਸ਼ ਭਰ ਦੇ ਵਿੱਚ ਸਾਲਾਨਾ $45 ਬਿਲੀਅਨ ਤੋਂ $113 ਬਿਲੀਅਨ ਤੱਕ ਦਾ ਲਾਂਡਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਿੱਦਾਂ ਫਿਲਹਾਲ ਇੱਥੇ ਰੁਕਦੇ ਹਾਂ ਕਿ ਛੋਟੇ ਜਿਹੇ ਬ੍ਰੇਕ ਦੇ ਲਈ ਜਲਦ ਹਾਜ਼ਰ ਹੁੰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਬੱਚਿਆਂ ਨੂੰ ਵੈਕਸੀਨ ਲਗਾਉਣੀ ਜ਼ਰੂਰੀ ਹੈ, ਇਹ ਗੱਲ ਤਾਂ ਸਾਹਮਣੇ ਆਈ ਹੈ, ਪਰ ਬੱਚਿਆਂ ਦੀ ਵੈਕਸੀਨ ਦੇ ਨਾਲ ਕੁਝ ਰੋਗ ਯਾਨੀ ਕਿ ਕੁਝ ਬਿਮਾਰੀਆਂ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਜੋ ਕਿ ਕਿਤੇ ਨਾ ਕਿਤੇ ਚਿੰਤਾ ਪੈਦਾ ਕਰ ਰਹੀ ਹੈ। ਸਾਡੇ ਸਹਿਯੋਗੀ ਜਸਕਰਨ ਸਿੰਘ ਨੇ ਗੱਲਬਾਤ ਕੀਤੀ ਬੱਚਿਆਂ ਦੇ ਡਾਕਟਰ ਪੁਰਜੀ ਦੇ ਨਾਲ। ਆਓ ਦੇਖਦੇ ਹਾਂ ਉਹ ਇਸ ਬਾਬਤ ਕੀ ਕੋਈ ਜਾਣਕਾਰੀ ਜਿਹੜੀ ਹੈ ਉਹ ਦੇ ਰਹੇ ਨੇ। ਬੱਚਿਆਂ ਦੇ ਵਿੱਚ ਵੈਕਸੀਨ ਨੂੰ ਲੈ ਕੇ ਕੁਝ ਸਵਾਲ ਉੱਠ ਰਹੇ, ਖਾਸ ਕਰ ਟੀਨੇਜਰਸ ਦੇ ਵਿੱਚ। ਵੈਕਸੀਨ ਲਵਾਉਣ ਦੇ ਨਾਲ ਪਤਾ ਲੱਗਿਆ ਕਿ ਕੁਝ ਦਿਲ ਦੀਆਂ ਬਿਮਾਰੀਆਂ ਲੱਗ ਰਹੀਆਂ। ਇਹ ਸੱਚਮੁੱਚ ਲੱਗ ਰਹੀਆਂ, ਸਿਰਫ ਅਫਵਾਹ ਆ? ਕੋਵਿਡ ਦੇ ਨਾਲ ਦਿਲ ਦੀਆਂ ਕੁਝ ਬਿਮਾਰੀਆਂ ਲੱਗਦੀਆਂ। ਅੱਜ ਇਹ ਪ੍ਰਮੁੱਖ ਖਬਰ ਜਿਹੜੀ ਸਾਹਮਣੇ ਆਈ ਆ, ਇਹਦੇ ਬਾਰੇ ਅਸੀਂ ਗੱਲਬਾਤ ਕਰਨ ਲਈ ਬੱਚਿਆਂ ਦੇ ਮਾਹਰ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਕੋਲ ਆਏ ਹਾਂ। ਡਾਕਟਰ ਸਾਹਿਬ, ਗੱਲਬਾਤ ਪਤਾ ਲੱਗ ਰਹੀ ਕੋਈ ਦਿਲ ਦੀਆਂ ਸਮੱਸਿਆਵਾਂ ਆ ਰਹੀਆਂ ਵੈਕਸੀਨ ਲਵਾਉਣ ਦੇ ਨਾਲ ਟੀਨੇਜਰਸ ਦੇ ਵਿੱਚ, ਮਾਮਲਾ ਕੀ ਹੈ ਜੀ? ਦੇਖੋ, ਇਹਨੂੰ ਅਸੀਂ ਕਹਿ ਰਹੇ ਹਾਂ ਮਾਇਓਕਾਰਡਾਈਟਿਸ। ਜਿੱਦਾਂ ਸਾਡਾ ਦਿਲ ਹੁੰਦਾ ਉਹਦੇ 3 ਲੇਅਰ ਆ। ਬਾਹਰਲਾ ਹੁੰਦਾ ਪੈਰੀਕਾਰਡੀਅਮ, ਜਿਹੜੇ ਇੱਕ ਪਤਲੀ ਪਰਤ ਹੁੰਦੀ ਆ। ਫਿਰ ਮਾਇਓਕਾਰਡੀਅਮ ਮੀਨਸ ਜਿਹੜਾ ਮੇਨ ਮਸਲ ਹਾਰਟ ਦਾ ਜਿਹਨੇ ਪੰਪ ਕਰਨਾ, ਔਰ ਅੰਦਰ ਹੁੰਦਾ ਐਂਡੋਕਾਰਡੀਅਮ ਜਿਹੜਾ ਅੰਦਰਲਾ ਲੇਅਰ ਆ। ਜਿੱਦਾਂ ਹੁਣ ਸਾਡੇ ਆ ਮਸਲਸ ਹੈਗੇ, ਉਹਦਾ ਹਾਰਟ ਦੀ ਵੀ ਮਸਲ ਹੈ। ਹਾਰਟ ਸਾਡਾ ਇੱਕ ਪੰਪ ਹੈ ਜਿਹਨੇ ਖੂਨ ਨੂੰ ਪੰਪ ਕਰਨਾ ਤਾਂ ਕਿ ਸਾਰੀ ਬੋਡੀ ਨੂੰ ਸਾਡੇ ਖੂਨ ਦੇ ਵਿੱਚ ਆਕਸੀਜਨ ਅਤੇ ਹੋਰ ਜਿਹੜੀ ਚੀਜ਼ਾਂ ਚਾਹੀਦੀਆਂ ਮਿਲਣ। ਸੋ ਸਾਡਾ ਜਿਹੜਾ ਡੇਟਾ ਹੈਗਾ ਦਸੰਬਰ ਦੇ ਐਂਡ ਤੱਕ ਜਿਹੜਾ ਰਿਵਿਊ ਹੋਇਆ ਚਿਲਡਰਨਸ ਹਸਪੀਟਲ
ਡਾਕਟਰ ਕੇਵਿਨ ਹੈਰਿਸ ਜਿਹੜੇ ਲੀਡ ਕਾਰਡੀਓਲੋਜਿਸਟ, ਉਹ ਮੇਰੇ ਮਿੱਤਰ, ਅਸੀਂ ਇਕੱਠੀ ਟ੍ਰੇਨਿੰਗ ਕਰਦੇ ਸੀ। ਮੈਂ ਐਕਚੁਅਲੀ ਉਹਨਾਂ ਦੇ ਨਾਲ ਹੁਣ ਫੋਨ ਤੇ ਵੀ ਗੱਲ ਕਰਕੇ ਹਟਿਆ ਸੀ। ਉਹ ਕਹਿੰਦਾ ਵੀ ਹਾਂ ਉਹਨਾਂ ਨੇ ਦੇਖਿਆ, ਲੇਕਿਨ ਉਹਦੇ ਨੰਬਰ ਬਹੁਤ ਘੱਟ ਆ। ਅਗਰ ਆਪਾਂ 1 ਲੱਖ ਡੋਜ਼ ਲਾਈਏ ਹੈ ਨਾ mRNA ਦਾ, ਭਾਵੇਂ ਉਹ ਫਾਈਜ਼ਰ ਜਾਂ ਮੋਡਰਨਾ, ਤੇ 1.5 ਉਹਦੇ ਵਿੱਚੋਂ % ਆਪਾਂ ਕਹਿ ਸਕਦੇ ਹਾਂ ਵੀ 1.5 ਜਾਂ 2 ਅੱਕਾ ਪੱਕਾ ਲੈ ਲਈਏ। ਸੋ ਉਹਦੇ ਵਿੱਚ ਇਹ ਹੁੰਦਾ ਵੀ ਇਹ ਟੀਨੇਜਰ ਮੁੰਡੇ ਆ ਖਾਸ ਕਰਕੇ, ਔਰ ਉਹਨਾਂ ਦੀ ਸਟੱਡੀ 12 ਤੋਂ 18 ਸਾਲ ਦੀ ਸੀ, ਲੇਕਿਨ ਜਿਹੜਾ ਅਮਰੀਕਨ ਡੇਟਾ ਆ ਉਹਨਾਂ ਨੇ ਸਟੱਡੀ ਆਪਣੀ 12 ਤੋਂ 30 ਸਾਲ ਦੀ ਰੱਖੀ ਸੀ। ਉਹਦੇ ਜਿਹੜਾ ਅਮਰੀਕਾ ਦਾ ਸੈਂਟਰ ਫॉर ਡਿਜ਼ੀਜ਼ ਕੰਟਰੋਲ ਕਹਿੰਦਾ ਵੀ 10 ਆਊਟ ਆਫ 100,000 ਉਹਨਾਂ ਦੇ ਕੇਸਿਸ ਹੋਏ ਆ। ਸਾਡੇ 1.5 ਸੋ ਫਾਰ ਹੈਗਾ, ਲੇਕਿਨ ਸਾਡੇ ਤੁਹਾਨੂੰ ਪਤਾ ਵੀ ਜਿਹੜੇ ਟੀਕੇ ਆ ਉਹ ਥੋੜ੍ਹੇ ਲੇਟ ਲੱਗਣੇ ਸ਼ੁਰੂ ਹੋਏ ਸੀ। ਅਮਰੀਕਾ 'ਚ 6 ਮਹੀਨੇ ਪਹਿਲੋਂ ਹੀ ਉਹਨਾਂ ਨੇ 12 ਸਾਲ ਤੇ ਟੀਨੇਜਰਸ ਨੂੰ ਲਾਣੇ ਸ਼ੁਰੂ ਕਰਤੇ ਸੀ। ਡਾਕਟਰ ਸਾਹਿਬ, ਇੱਕ ਗੱਲ ਇੱਥੇ ਪੁੱਛਣਾ ਚਾਹੁੰਦਾ, ਇਹਦਾ ਮਤਲਬ ਇਹ ਹੈ ਅਮਰੀਕਾ ਦੇ ਵਿੱਚ ਜੇਕਰ 1 ਲੱਖ ਬੱਚੇ ਨੂੰ ਉਹ ਟੀਕਾ ਵੈਕਸੀਨ ਲੱਗੀ ਆ, ਉਹਨਾਂ ਦੇ ਵਿੱਚੋਂ 10 ਨੂੰ ਹੋ ਰਿਹਾ, ਜੇ ਉਹ ਨਾ ਲੱਗਦੀ ਤਾਂ ਫਿਰ ਉਹਨਾਂ 10 ਨੂੰ ਨਹੀਂ ਹੋਣਾ ਸੀ? ਦੇਖੋ, ਅਗਰ ਟੀਕਾ ਨਹੀਂ ਲੱਗਦੀ ਤੇ ਫਿਰ ਉਹ ਬੱਚੇ ਬਿਲਕੁਲ ਹੈਲਦੀ ਸੀ, ਉਹਨਾਂ ਦਾ ਹਾਰਟ ਬਿਲਕੁਲ ਠੀਕ ਸੀ। ਲੇਕਿਨ ਮੈਂ ਉਹ ਜ਼ਿਕਰ ਕੀਤਾ ਵੀ ਅਮਰੀਕਾ, ਮੈਂ ਹੁਣ ਡੇਟਾ ਹੀ ਜਿਹੜਾ ਪ੍ਰਕਾਸ਼ਿਤ ਹੋਇਆ ਉਹ ਤੋਂ ਪੁੱਲ ਕਰਕੇ ਦੇਖਿਆ ਵੀ ਅਨਸੁਖਾਵੀ ਘਟਨਾ ਫਿਰ ਵੀ ਨਹੀਂ ਵਾਪਰੀ। ਉਹਨਾਂ ਨੂੰ ਛਾਤੀ 'ਤੇ ਦਰਦ ਹੋਇਆ, ਕਈਆਂ ਨੂੰ ਸਾਹ ਲੈਣ 'ਚ ਔਖਿਆਈ ਹੋਈ, ਕਈਆਂ ਨੂੰ ਹਸਪੀਟਲ ਜਾਣਾ ਪਿਆ। ਹਸਪੀਟਲ ਉਹਨਾਂ ਨੇ ਦੇਖਿਆ ਵੀ ਅਲਟਰਾਸਾਊਂਡ ਜਿਹੜਾ ਆਪਾਂ ਐਕੋ ਕਰਦੇ ਵੀ ਇਹਨਾਂ ਦੀ ਹਾਰਟ ਦੀ ਮਸਲ ਥੋੜ੍ਹੀ ਸੁੱਜੀ ਆ। ਕਈਆਂ ਨੂੰ ਆਬਜ਼ਰਵੇਸ਼ਨ ਕੀਤਾ, ਕਈਆਂ ਨੂੰ ਦਾਖਲ ਵੀ ਕੀਤਾ, ਕਈਆਂ ਨੂੰ ਸ਼ਾਰਟ ਟਰਮ ਜਿੱਦਾਂ ਆਪਾਂ ਐਡਵਿਲ ਦਿੰਦੇ ਹਾਂ, ਟਾਈਲਨੋਲ ਦਿੰਦੇ ਹਾਂ, ਆਈਬੂਪ੍ਰੋਫਨ, ਉਹਦੇ ਨਾਲ ਹੀ ਠੀਕ ਹੋ ਗਏ। ਕਿਸੇ ਨੂੰ ਵੀ ਲੌਂਗ ਟਰਮ ਹਾਰਟ ਪ੍ਰੋਬਲਮ ਨਹੀਂ ਹੋਈ ਵੀ ਕੋਈ ਪਰਮਨੈਂਟ ਹਾਰਟ ਦੀ ਮਸਲ ਡੈਮੇਜ ਹੋ ਗਈ ਹੋਵੇ। ਅੱਗੇ ਚੱਲਦੇ ਹਾਂ ਐਡਮਿੰਟਨ ਤੇ ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋਸਤੋ 2 ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਇੱਕ ਖਬਰ ਇਹ ਆ ਰਹੀ ਹੈ ਕਿ ਜਿਹੜਾ ਕੂਟਸ ਵਾਲੇ ਬਾਰਡਰ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਜਿਹੜਾ ਬਲੌਕੇਡ ਕੀਤਾ ਹੋਇਆ ਸੀਗਾ, ਜਿਹੜਾ ਆਟਵਾ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ, ਉਹਦੀ ਹੀ ਸਪੋਰਟ ਦੇ ਵਿੱਚ ਇਹ ਪ੍ਰੋਟੈਸਟ ਇੱਥੇ ਕੂਟਸ ਬਾਰਡਰ ਤੇ ਚੱਲ ਰਿਹਾ ਸੀਗਾ, ਜਿੱਥੋਂ ਅਮਰੀਕਾ ਨੂੰ ਆਉਣਾ ਜਾਣਾ ਟਰੱਕਾਂ ਦਾ ਤੇ ਹੋਰ ਟ੍ਰੈਫਿਕ ਦਾ ਹੈਗਾ। ਉਹਨੂੰ ਕੱਲ ਉਸ ਜਗ੍ਹਾ ਤੇ RCMP ਵੱਲੋਂ ਨੈਗੋਸ਼ੀਏਸ਼ਨਸ ਚੱਲ ਰਹੀਆਂ ਸੀਗੀਆਂ, ਉਹਨਾਂ ਨਾਲ ਗੱਲਬਾਤ ਕਰਕੇ ਉਹਨੂੰ ਖੋਲ੍ਹਣ ਦਾ ਯਤਨ ਕੀਤਾ ਜਾ ਰਿਹਾ ਸੀਗਾ ਬਾਰਡਰ ਨੂੰ, ਪਰ ਉਹ ਕੱਲ ਹੋ ਨਹੀਂ ਸਕਿਆ। ਪਰ ਅੱਜ ਲੱਗਦਾ ਹੈ ਵੀ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀ ਐਫਰਟਸ ਸੀਗੀਆਂ ਉਹ ਕੁਝ ਰੰਗ ਲਿਆਈਆਂ ਨੇ, ਤੇ ਪ੍ਰੋਟੈਸਟਰਸ ਵੱਲੋਂ 2 ਲੇਨਸ ਜਿਹੜੀਆਂ, ਇੱਕ ਨਾਰਥ ਨੂੰ ਜਾਣ ਲਈ, ਇੱਕ ਸਾਊਥ ਨੂੰ ਜਾਣ ਲਈ ਖੋਲ੍ਹ ਦਿੱਤੀ ਗਈ ਹੈ ਤਾਂ ਕਿ ਟ੍ਰੈਫਿਕ ਜਿਹੜਾ ਉਹ ਮੂਵ ਹੋ ਸਕੇ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਹੋਰਾਂ ਨੇ ਵੀ ਕੱਲ੍ਹ ਇਹ ਗੱਲ ਕਹੀ ਸੀ ਵੀ ਇਸ ਤਰ੍ਹਾਂ ਦਾ ਬਿਹੇਵੀਅਰ ਜਿਹੜਾ ਆ ਉਹ ਟੋਲਰੇਟ ਨਹੀਂ ਕੀਤਾ ਜਾਏਗਾ। ਮਤਲਬ ਸਾਨੂੰ ਐਕਸੈਪਟੇਬਲ ਨਹੀਂ ਹੈ ਇਹ ਬਿਹੇਵੀਅਰ ਜਿਹੜਾ ਇਸ ਤਰ੍ਹਾਂ ਦਾ ਹੈ, ਵੀ ਇਹ ਬਾਰਡਰ ਖੁੱਲ੍ਹਣਾ ਚਾਹੀਦਾ ਤਾਂ ਕਿ ਜਿਹੜੀਆਂ ਗੁੱਡਸ ਆ ਉਹ ਇੱਧਰੋਂ ਉੱਧਰ ਆ ਜਾ ਸਕਣ, ਵਰਨਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਸੀ। ਸੈਂਕੜੇ ਹੀ ਟਰੱਕ ਉੱਥੇ ਖੜੇ ਸੀ ਜਿਨ੍ਹਾਂ ਦੇ ਵਿੱਚ ਮੀਟ ਜਾਂ ਹੋਰ ਫਰੈਸ਼ ਪ੍ਰੋਡਿਊਸ ਵਗੈਰਾ ਲੱਦਿਆ ਹੋਇਆ ਸੀਗਾ। ਕੱਲ ਪਹਿਲਾਂ ਤਾਂ ਇੱਦਾਂ ਲੱਗਾ ਕਿ ਹੋ ਸਕਦਾ RCMP ਨੇ ਜਦੋਂ ਉੱਥੇ ਉਹਨਾਂ ਨੂੰ ਇਸ ਗਰੁੱਪ ਦੇ ਨਾਲ ਗੱਲਬਾਤ ਚੱਲ ਰਹੀ ਸੀ ਤੇ ਉਹਨਾਂ ਨੂੰ ਪੀਸਫੁਲੀ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਗੱਲ ਉਹਨਾਂ ਦੀ ਸਿਰੇ ਨਾ ਚੜ੍ਹੀ। ਇੱਥੋਂ ਤੱਕ ਕਿ ਇਹ ਕਿਹਾ ਗਿਆ ਸੀ ਕਿ ਪੁਲਿਸ ਨੂੰ ਅਸਾਲਟ ਕੀਤਾ, ਪਰ ਬਾਅਦ ਦੇ ਵਿੱਚ ਪੁਲਿਸ ਨੇ ਇਹ ਗੱਲ ਜਿਹੜੀ ਅੱਜ ਕਹੀ ਹੈ ਜੀ, ਉਹ ਕਹਿੰਦੇ ਵੀ ਸਾਨੂੰ ਇਸ ਗੱਲ ਦਾ ਤਾਂ ਪਤਾ ਨਹੀਂ ਵੀ ਅਸਾਲਟ ਕਿਹੜੇ ਵਿਅਕਤੀ ਨੇ ਕੀਤੀ ਜਾਂ ਕਿਹਦੇ ਨਾਲ ਹੋਈ ਆ। ਸੋ ਉਹਦੀ ਉਹ ਗੱਲਬਾਤ ਮਤਲਬ ਉਹਨੂੰ ਥੋੜ੍ਹਾ ਠੰਡੇ ਬਸਤੇ ਵਿੱਚ ਪਾ ਰਿਹਾ ਆ ਤਾਂ ਕਿ ਇਸ ਗੱਲ ਨੂੰ ਪਿਆਰ ਮੁਹੱਬਤ ਦੇ ਨਾਲ ਹੀ ਨਿਬੇੜ ਲਿਆ ਜਾਵੇ। ਚੈਡ ਵਿਲੀਅਮਸਨ ਜਿਹੜੇ ਇਹ ਪ੍ਰੋਟੈਸਟਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਵਕੀਲ ਨੇ, ਉਹਨਾਂ ਨੇ ਕਿਹਾ ਵੀ ਕੋਈ ਵੀ ਬੰਦਾ ਫੋਰਸਫੁਲੀ ਇਸ ਗੱਲ ਨੂੰ ਇਨਫੋਰਸ ਨਹੀਂ ਕਰਨਾ ਚਾਹੁੰਦਾ, ਸਾਰੇ ਹੀ ਚਾਹੁੰਦੇ ਨੇ ਕਿ ਪੀਸਫੁਲ ਢੰਗ ਤਰੀਕੇ ਦੇ ਨਾਲ ਜਿਹੜੀ ਗੱਲਬਾਤ ਆ ਉਹ ਖਤਮ ਹੋ ਜਾਏ। ਔਰ ਉਹ ਕਹਿੰਦੇ ਵੀ ਇਹ ਗੁੱਡ ਫੇਥ ਦੇ ਵਿੱਚ ਜਿਹੜੀ ਨੈਗੋਸ਼ੀਏਸ਼ਨ ਚੱਲ ਰਹੀਆਂ ਉਹ ਚੰਗੀ ਗੱਲ ਹੈ, ਕਿਉਂਕਿ 1-2 ਪ੍ਰੋਟੈਸਟਰਸ ਨੇ ਇਹ ਗੱਲ ਵੀ ਆਖੀ ਆ ਕਿ ਸਾਨੂੰ ਇਸ ਗੱਲ ਦਾ ਯਕੀਨ ਦਿਵਾਇਆ ਗਿਆ ਹੈ ਵੀ ਬਹੁਤ ਛੇਤੀ ਇਹ ਜਿਹੜੀਆਂ ਮੈਂਡੇਟਸ ਲੱਗੀਆਂ ਹੋਈਆਂ ਨੇ, ਰਿਸਟ੍ਰਿਕਸ਼ਨਸ ਲੱਗੀਆਂ ਆ ਅਲਬਰਟਾ ਦੇ ਵਿੱਚ, ਘੱਟੋ ਘੱਟ ਉਹ ਸਰਕਾਰ ਸੋਚ ਰਹੀ ਹੈ ਵੀ ਅਸੀਂ ਉਹਨਾਂ ਨੂੰ ਹਟਾ ਦਈਏ। ਕੁਝ UCP ਦੇ ਜਿਹੜੇ MLA ਹੈਗੇ ਆ ਜੀ, ਉਹ ਪ੍ਰੀਮੀਅਰ ਜੇਸਨ ਕੈਨੀ ਹੋਰਾਂ 'ਤੇ ਦਬਾਅ ਪਾ ਰਿਹਾ ਵੀ ਤੁਸੀਂ ਇਹ ਕਿਹਾ ਸੀਗਾ ਵੀ ਅਸੀਂ ਫਰਵਰੀ ਮਹੀਨੇ ਦੇ ਅਖੀਰ ਵਿੱਚ ਇਹ ਜਿਹੜੀਆਂ ਲਾਈਆਂ ਹੋਈਆਂ ਰਿਸਟ੍ਰਿਕਸ਼ਨਸ ਆ ਹਟਾਉਣੀਆਂ। ਉਹ ਕਹਿੰਦੇ ਬਿਹਤਰ ਆ ਉਹਨਾਂ ਨੂੰ ਹੁਣ ਹੀ ਤੁਸੀਂ ਜਿੰਨਾ ਵੀ ਛੇਤੀ ਹੋ ਸਕੇ
ਉਹ ਰਿਸਟ੍ਰਿਕਸ਼ਨਸ ਜਿਹੜੀਆਂ ਹਟਾ ਦਿਓ ਤੇ ਔਰ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਨਾ ਪੈਦਾ ਹੋ ਸਕੇ। ਸੋ ਲੋਕੀ ਉਹ ਕਹਿੰਦੇ ਜੀ ਵੀ ਦੇਖੋ ਅਸੀਂ ਤਾਂ ਗੁੱਡ ਫੇਥ ਵਿੱਚ ਇਹਨਾਂ ਦੇ ਨਾਲ ਗੱਲ ਕਰ ਰਹੇ ਹਾਂ, ਜੇ ਇਹ ਰਿਸਟ੍ਰਿਕਸ਼ਨਸ ਹਟਾ ਦਿੰਦੇ ਆ ਵੈਲ ਐਂਡ ਗੁੱਡ, ਨੈਗੋਸ਼ੀਏਸ਼ਨ ਜਾਰੀ ਰਹਿਣਗੀਆਂ, ਪਰ ਜੇ ਉਹ ਕਹਿੰਦੇ ਵੀ ਇਹਨਾਂ ਨੇ ਗੁੱਡਵਿਲ ਦੇ ਵਿੱਚ ਮਤਲਬ ਨਾ ਕੀਤੀਆਂ ਨੈਗੋਸ਼ੀਏਸ਼ਨਸ, ਤਾਂ ਅਸੀਂ ਫਿਰ ਦੁਬਾਰਾ ਜਿਹੜਾ ਆ ਬਲੌਕੇਡ ਕਰ ਸਕਦੇ ਹਾਂ। ਸੋ ਇਹ ਕੂਟਸ ਵਾਲੇ ਬਾਰਡਰ ਤੋਂ ਇਹ ਖਬਰ ਆ ਰਹੀ ਹੈ ਜੀ। ਔਰ ਦੂਸਰੀ ਖਬਰ ਇੱਕ ਆ ਰਹੀ ਆ ਫੋਰਟ ਮੈਕਮਰੀ ਤੋਂ। ਤੁਹਾਨੂੰ ਪਤਾ ਕਿ ਉਹ ਆਇਲ ਟਾਊਨ ਹੈਗਾ, ਬਹੁਤ ਸਾਰੇ ਲੋਕ ਉੱਥੇ ਕੰਮਕਾਰ ਕਰਦੇ ਸੀਗੇ ਜਿਨ੍ਹਾਂ ਦਿਨਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਬਹੁਤ ਸੀ। ਹੁਣ ਵੀ ਖੈਰ ਤੇਲ ਦੀਆਂ ਕੀਮਤਾਂ ਤਾਂ ਮੁੜ ਫਿਰ ਵਾਪਸ ਉੱਪਰ ਨੂੰ ਗਈਆਂ ਹੋਈਆਂ ਨੇ, ਪਰ ਉੱਥੇ ਜਿਹੜਾ ਇੱਕ ਹੋਰ ਟ੍ਰੈਂਡ ਸ਼ੁਰੂ ਹੋਇਆ ਹੈ ਜੀ, ਉਹ ਇਹ ਆ ਵੀ ਪਿਛਲੇ 4 ਸਾਲਾਂ ਦੇ ਵਿੱਚ ਜਿਹੜੀਆਂ ਬ੍ਰੇਕ ਐਂਡ ਐਂਟਰਸ ਆ ਉਹ ਡਬਲ ਹੋ ਚੁੱਕੀਆਂ ਨੇ। ਇੱਕ ਦੁਕਾਨਦਾਰ ਦਾ ਕਹਿਣਾ ਕਹਿੰਦਾ ਵੀ ਜੇ ਕੋਈ ਬੰਦਾ ਤੁਰਿਆ ਜਾਂਦਾ ਤੁਹਾਡੇ ਦਰਵਾਜ਼ੇ ਦੇ ਵਿੱਚ ਪੈਰ ਮਾਰ ਕੇ ਅੰਦਰ ਆ ਜਾਂਦਾ ਰਾਤ ਨੂੰ, ਤੇ ਤੁਸੀਂ ਕੀ ਕਰ ਸਕਦੇ ਆ? ਕੁਛ ਨਹੀਂ ਕਰ ਸਕਦੇ। ਉਹ ਕਹਿੰਦੇ ਬਾਈ ਦਾ ਟਾਈਮ ਪੁਲਿਸ ਉੱਥੇ ਪਹੁੰਚਦੀ ਆ ਉਦੋਂ ਤਾਈਂ ਉਹ ਉੱਥੋਂ ਜਾ ਚੁੱਕੇ ਹੁੰਦੇ ਨੇ। ਇੱਕ ਵਿਅਕਤੀ ਦੱਸਦਾ, ਉਹ ਕਹਿੰਦਾ ਵੀ ਅਸੀਂ ਇਹ ਜਿਹੜਾ ਕੰਮਕਾਰ ਸੀਗਾ, ਕੋਈ ਆਇਆ ਮੇਰੇ ਉੱਥੇ ਆਫਿਸ ਦੇ ਵਿੱਚ ਆ ਕੇ ਮੇਰਾ ਮਤਲਬ ਟਿਲ ਵਿੱਚ ਪੈਸਾ ਤਾਂ ਕੋਈ ਨਹੀਂ ਸੀ ਹੈ, ਪਰ ਉਹ ਕਹਿੰਦਾ ਕੰਪਿਊਟਰ ਤੇ ਹੋਰ ਚੀਜ਼ਾਂ ਲੈ ਕੇ ਚਲਾ ਗਿਆ, ਜਿਹਦੇ ਨਾਲ ਉਹ ਕਹਿੰਦਾ ਮੇਰੇ ਬੱਚਿਆਂ ਦੀਆਂ ਤਸਵੀਰਾਂ ਤੇ ਵੀਡੀਓ ਸੀਗੀਆਂ ਜਿਹੜੀਆਂ ਮੈਂ ਬੜੀਆਂ ਮਤਲਬ ਤੁਹਾਨੂੰ ਪਤਾ ਉਹ ਲੋਕਾਂ ਲਈ ਇੱਕ ਕਿਸਮ ਦਾ ਟ੍ਰੈਜਰ ਹੁੰਦਾ ਬੱਚਿਆਂ ਦੀਆਂ ਤਸਵੀਰਾਂ। ਸੋ ਉਹ ਕਹਿੰਦਾ ਵੀ ਭਾਵੇਂ ਜੇ ਉਹ ਮੋੜ ਕੇ ਲਿਆਵੇ ਮੈਂ ਉਹਨੂੰ ਪੈਸੇ ਦੇ ਦੂੰਗਾ, ਮੈਨੂੰ ਮੇਰਾ ਸਮਾਨ ਮੋੜ ਜਾਏ। ਇਸ ਤਰ੍ਹਾਂ ਦੇ ਹਾਲਾਤ ਫੋਰਟ ਮੈਕਮਰੀ ਦੇ ਵਿੱਚ ਬਣੇ ਹੋਏ ਆ ਜੀ ਵੀ ਪਿਛਲੇ 4 ਸਾਲਾਂ 'ਚ ਜਿਹੜੀਆਂ ਬ੍ਰੇਕ ਐਂਡ ਐਂਟਰ ਚੋਰੀ ਦੀਆਂ ਘਟਨਾਵਾਂ ਉਹ ਡਬਲ ਹੋ ਚੁੱਕੀਆਂ ਨੇ ਅਲਬਰਟਾ 'ਚ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।